ਗਿਆਨ ਕਾ ਸਾਗਰ ਚੈਨਲ ਦੀ ਤਰਫੋਂ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਦਾ। ਸੋ ਪਿਆਰਿਓ, ਜੀਵਨ ਕਥਾ ਗੁੱਗਾ ਯਾਹਰ ਪੀਰ ਜੀ ਭਾਗ 6ਵਾਂ ਲੈ ਕੇ ਹਾਜ਼ਰ ਹੋਏ ਹਾਂ। ਸੋ ਪਿਆਰਿਓ, ਜੀਵਨ ਕਥਾ ਗੁੱਗਾ ਯਾਹਰ ਪੀਰ ਜੀ ਭਾਗ 5ਵੇਂ ਦੇ ਵਿੱਚ ਆਪਾਂ ਨੇ ਇਹ ਸੁਣਿਆ ਕਿ ਜਗਤ ਗੁਰੂ ਗੋਰਖਨਾਥ ਜੀ ਮਹਾਰਾਜ ਭਗਵਾਨ ਵਾਲਮੀਕੀ ਤੀਰਥ 'ਤੇ ਇਸ਼ਨਾਨ ਕਰ ਰਹੇ ਨੇ। ਉਹਨਾਂ ਦੀ ਝੋਲੀ ਦੇ ਵਿੱਚੋਂ ਫਲ ਸ਼ੇਸ਼ ਨਾਗ ਨੇ ਛਲ ਲਿਆ ਅਤੇ ਪਤਾਲਪੁਰੀ ਵੱਲ ਨੂੰ ਚੱਲ ਪੈਂਦਾ। ਇਸੇ ਤਰ੍ਹਾਂ ਅਗਲਾ ਭਾਗ, ਅਗਲੀ ਕਥਾ ਇੱਥੋਂ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਉਹਨਾਂ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਗਿਆਨ ਕਾ ਸਾਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਗਿਆਨ ਕਾ ਸਾਗਰ ਚੈਨਲ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਲਾਈਕ ਕਰਨੀ ਆ ਅਤੇ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਕਿ ਇਹ ਵੀਡੀਓ ਕਿਹੋ ਜਿਹੀ ਹੈ। ਸੋ ਪਿਆਰਿਓ, ਇਸੇ ਤਰ੍ਹਾਂ ਭਾਗ 6ਵਾਂ ਸ਼ੁਰੂ ਹੈ। ਸੋ ਜਗਤ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਦੇ ਝੋਲੀ ਦੇ ਵਿੱਚੋਂ ਸ਼ੇਸ਼ ਨਾਗ ਨੇ ਫਲ ਛਲਿਆ ਅਤੇ ਪਤਾਲਪੁਰੀ ਵੱਲ ਨੂੰ ਚੱਲ ਪਿਆ। ਸੋ ਉਧਰ ਜਗਤ ਗੁਰੂ ਗੋਰਖਨਾਥ ਜੀ ਖੁਸ਼ੀ ਦੇ ਵਿੱਚ ਚੁੱਭੀਆਂ ਲਾ ਰਹੇ ਨੇ ਕਿ ਮੇਰੀ ਹੱਕ ਤਾਲਾ ਨੇ ਰੱਖ ਲਈ, ਮੇਰੇ ਤੇ ਹੱਕ ਤਾਲਾ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਇਸੇ ਤਰ੍ਹਾਂ ਇਸ਼ਨਾਨ ਕਰਕੇ ਜਗਤ ਗੁਰੂ ਗੋਰਖਨਾਥ ਜੀ ਨੇ ਵਸਤਰ ਪਹਿਨੇ, ਝੋਲੀ ਚੱਕੀ। ਝੋਲੀ ਚੱਕ ਕੇ ਜਿਸ ਵੇਲੇ ਤੁਰਨ ਲੱਗੇ ਤਾਂ ਉਹ ਹੱਕ ਤਾਲਾ ਵਾਲੀ ਗੱਲ ਯਾਦ ਆ ਗਈ। ਹੱਕ ਤਾਲਾ ਜੀ ਨੇ ਕਿਹਾ ਸੀ ਕਿ ਇੱਕ ਛਲਿਆ ਫਲ ਹੈ, ਐ ਗੋਰਖਨਾਥ ਜੀ ਇਸ ਫਲ ਦਾ ਧਿਆਨ ਰੱਖਣਾ ਹੋਏਗਾ। ਜਿਸ ਵੇਲੇ ਉਹ ਗੱਲ ਯਾਦ ਆਈ ਤੇ ਝੋਲੀ ਦੇ ਵਿੱਚ ਹੱਥ ਮਾਰਿਆ ਤਾਂ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਫਲ ਹੈ ਨਾ। ਜਿਸ ਵੇਲੇ ਫਲ ਹੈ ਨਾ, ਜਗਤ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਿ ਕੀ ਹੋ ਗਿਆ ਕਿ ਮੈਂ ਹੱਕ ਤਾਲਾ ਦੇ ਕੋਲ ਵੀ ਵਾਪਸ ਨਹੀਂ ਜਾ ਸਕਦਾ। ਕੀ ਕਹਾਂਗਾ ਹੱਕ ਤਾਲਾ ਨੂੰ? ਉਹਨਾਂ ਨੇ ਮੈਨੂੰ ਫਲ ਦੇ ਕੇ ਤੋਰਿਆ। ਮੈਂ ਆਪਣੇ ਚੇਲਿਆਂ ਕੋਲ ਵੀ ਵਾਪਸ ਨਹੀਂ ਜਾ ਸਕਦਾ। ਮੈਂ ਉਸ ਮਾਤਾ ਨੂੰ, ਮਾਤਾ ਬਾਸ਼ਲ ਨੂੰ ਕਿਵੇਂ ਮੁਖ ਦਿਖਾਵਾਂਗਾ? ਕੀ ਕਰਾਂਗਾ? ਇੱਦਾਂ ਦੀਆਂ ਸੋਚਾਂ ਵਿਚਾਰਾਂ ਦੇ ਵਿੱਚ ਪੈ ਕੇ ਵਿਚਾਰ ਕਰਦੇ ਨੇ। ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਦੇਖਿਆ ਕਿ ਫਲ ਗਿਆ ਕਿੱਥੇ, ਤਾਂ ਸ਼ੇਸ਼ ਨਾਗ ਪਤਾਲਪੁਰੀ ਵੱਲ ਨੂੰ ਜਾਂਦਾ ਦੇਖ ਤਾਂ ਲਿਆ, ਪਰ ਹੁਣ ਸੁੱਝਦਾ ਨਹੀਂ ਕੁਝ ਵੀ। ਕੀ ਕੀਤਾ ਜਾਵੇ? ਉਸ ਸ਼ੇਸ਼ ਨਾਗ ਦੇ ਕੋਲੋਂ ਫਲ ਕਿਵੇਂ ਦੁਬਾਰਾ ਪ੍ਰਾਪਤ ਹੋ ਸਕਦਾ? ਕਿਵੇਂ ਕਰਾਂ? ਕੀ ਕਰਾਂ? ਜਿਸ ਵੇਲੇ ਜਗਤ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਨੂੰ ਕੁਝ ਵੀ ਨਹੀਂ ਸੁੱਝਦਾ, ਕੀ ਕਰਦਾ? ਕੀ ਦੇਖਦੇ ਨੇ? ਭਗਵਾਨ ਵਾਲਮੀਕੀ ਆਸ਼ਰਮ ਦੇ ਵਿੱਚ ਸੀਗੇ ਔਰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ, ਪ੍ਰਾਰਥਨਾ ਕਰਦੇ ਨੇ ਕਿ ਐ ਬਾਬਾ ਜੀ ਮੇਰੇ ਤੇ ਕਿਰਪਾ ਕਰ ਦਿਓ। ਭਗਵਾਨ ਵਾਲਮੀਕੀ ਮਹਾਰਾਜ ਜੀ ਪ੍ਰਗਟ ਹੋਏ, ਕਹਿੰਦੇ ਗੋਰਖਨਾਥ ਤੂੰ ਰਿੱਧੀਆਂ ਸਿੱਧੀਆਂ ਦਾ ਮਾਲਕ ਹੋ ਕੇ ਅੱਜ ਇਹੋ ਜਿਹੀ ਹਾਲਤ ਕੀਤੀ ਹੈ। ਕਿਹੜੀ ਗੱਲ ਹੋ ਗਈ? ਏਡੀ ਵੱਡੀ ਕਿਹੜੀ ਵਿਪਤਾ ਹੋ ਗਈ ਹੈ? ਜਗਤ ਗੁਰੂ ਗੋਰਖਨਾਥ ਜੀ ਨੇ ਕਿਹਾ ਕਿ ਮਹਾਰਾਜ ਮੈਂ ਤੁਹਾਡੇ ਇਲਾਕੇ ਦੇ ਵਿੱਚ ਆ ਕੇ, ਤੁਹਾਡੇ ਆਸ਼ਰਮ ਦੇ ਵਿੱਚ ਆ ਕੇ ਲੁੱਟਿਆ ਗਿਆ। ਐ ਬਾਬਾ ਜੀ, ਐ ਭਗਵਾਨ ਜੀ, ਮੇਰੇ ਕੋਲੋਂ ਮੇਰੀ ਝੋਲੀ ਦੇ ਵਿੱਚੋਂ ਇੱਕ ਫਲ ਛਲ ਹੋ ਗਿਆ, ਜੋ ਕਿ ਜਿਸ ਫਲ ਨੂੰ ਸ਼ੇਸ਼ ਨਾਗ ਲੈ ਗਿਆ ਪਤਾਲਪੁਰੀ ਵੱਲ ਨੂੰ ਜਾ ਰਿਹਾ। ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਕਿਹਾ ਕਿ ਚੋਰ ਦਾ ਵੀ ਪਤਾ, ਫਿਰ ਸ਼ੇਸ਼ ਨਾਗ ਦੇ ਕੋਲੋਂ ਫਲ ਲੈ ਲਓ। ਕਹਿੰਦਾ ਬਾਬਾ ਜੀ ਠੀਕ ਹੈ, ਮੈਂ ਰਿੱਧੀਆਂ ਸਿੱਧੀਆਂ ਦਾ ਮਾਲਕ ਹਾਂ, ਬਹੁਤ ਰਿੱਧੀਆਂ ਸਿੱਧੀਆਂ ਤੁਹਾਡੀ ਕਿਰਪਾ ਦੇ ਨਾਲ ਮੇਰੇ ਪਾਸ ਹੈ, ਪਰ ਇਸ ਵੇਲੇ ਤੁਹਾਡੇ ਕੋਲ, ਤੁਹਾਡੇ ਇਸ ਆਸ਼ਰਮ ਦੇ ਵਿੱਚ ਮੇਰੀ ਕੋਈ ਵੀ ਰਿੱਧੀ ਸਿੱਧੀ ਕੰਮ ਨਹੀਂ ਕਰਦੀ। हे ਦਾਤਾ ਜੀ, हे ਭਗਵਾਨ ਵਾਲਮੀਕੀ ਮਹਾਰਾਜ ਜੀ, ਮੇਰੇ ਤੇ ਕਿਰਪਾ ਕਰ ਦਿਓ।
ਉਹ ਫਲ ਮੈਨੂੰ ਜ਼ਰੂਰ ਪ੍ਰਾਪਤ ਕਰਾ ਦਿਓ, ਕਿਉਂਕਿ ਉਸ ਫਲ ਤੋਂ ਬਿਨਾਂ ਮੈਂ ਬਿਲਕੁਲ ਅਧੂਰਾ, ਮੈਂ ਆਪਣੇ ਚੇਲਿਆਂ ਤੱਕ ਵੀ ਨਹੀਂ ਪਹੁੰਚ ਸਕਦਾ। ਜਿਸ ਬੀਬੀ ਦੇ ਲਈ ਇਹ ਫਲ ਲਿਜਾਣਾ ਹੈ ਉਹਨੂੰ ਵੀ ਮੂੰਹ ਨਹੀਂ ਦਿਖਾਲ ਸਕਦਾ। ਮੈਂ ਕੀ ਕਰੂੰਗਾ? ਇਹ ਦਾਤਾ ਜੀ ਮੇਰੇ 'ਤੇ ਕਿਰਪਾ ਕਰ ਦਿਓ। ਸੋ ਇਸੇ ਤਰ੍ਹਾਂ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਨਾਗਾਂ ਦਾ ਕੜਾ ਪੜ੍ਹਨਾ ਸ਼ੁਰੂ ਕੀਤਾ। ਉਧਰ ਸ਼ੇਸ਼ ਨਾਗ ਦੀ ਜ਼ਰੂਰਤ ਨਹੀਂ ਹੋਈ ਕਿ ਉਹ ਅੱਗੇ ਚੱਲ ਜਾਵੇ। ਇਸੇ ਤਰ੍ਹਾਂ ਜਿਸ ਵੇਲੇ ਕੀ ਦੇਖਿਆ, ਸ਼ੇਸ਼ ਨਾਗ ਨੂੰ ਪਿੱਛੇ ਨੂੰ ਮੁੜਨਾ ਪੈ ਗਿਆ, ਵਾਪਸ ਆ ਗਿਆ। ਵਾਪਸ ਆਉਂਦਾ ਆਉਂਦਾ ਜਿਸ ਵੇਲੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਕੋਲ ਪਹੁੰਚ ਗਿਆ ਤਾਂ ਉਹਨਾਂ ਦੇ ਕੋਲ ਇੱਕ ਖੜਾਮ ਪਈ ਸੀ। ਖੜਾਮਾਂ ਪਹਿਨਦੇ ਸੀ, ਪਈਆਂ ਸੀ। ਖੜਾਮ ਚੱਕ ਕੇ ਉਸ ਸ਼ੇਸ਼ਨਾਗ ਦੇ ਫਨ 'ਤੇ ਮਾਰ ਦਿੱਤੀ। ਫਨ ਫਟ ਗਿਆ। ਕਹਿੰਦੇ ਸ਼ੇਸ਼ਨਾਗ ਤੈਨੂੰ ਇੰਨੀ ਸਜ਼ਾ ਬਹੁਤ ਆ, ਜਾ ਚਲਾ ਜਾ। ਉਹ ਫਲ ਚੱਕਿਆ। ਫਲ ਚੱਕ ਕੇ ਗੁਰੂ ਗੋਰਖਨਾਥ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ। ਲੈ ਇਹ ਗੋਰਖ, ਤੂੰ ਭਾਈ ਇਹ ਫਲ ਲੈ ਜਾ, ਜਿਸ ਵੀ ਬੀਬੀ ਦੀ ਅਮਾਨਤ ਹੈ ਉਹਨੂੰ ਜਾ ਕੇ ਦੇ। ਠੀਕ ਹੈ ਬਾਬਾ ਜੀ, ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ ਹੈ। ਇੱਕ ਪੀਰ ਹੋਵੇਗਾ, ਇੱਕ ਯੋਧਾ ਹੋਣਾ ਹੈ, ਔਰ ਜਿਨ੍ਹਾਂ ਨੂੰ ਚਾਰੋਂ ਹੀ ਕੂਮਟਾਂ ਮੰਨਣਗੀਆਂ, ਔਰ ਜਿਨ੍ਹਾਂ ਦੇ ਵੈਤੀ ਤੁਹਾਡੀ ਕੁਲ ਦੇ ਵੀ ਹੋਣਗੇ। ਜਿਨ੍ਹਾਂ ਨੂੰ ਮੰਨਣ ਵਾਲੇ ਤੁਹਾਡੀ ਕੁਲ ਦੇ ਵੀ ਵੈਤੀ, ਜਿਨ੍ਹਾਂ ਦਾ ਇਸ ਜੋ ਕਿ ਜਿਨ੍ਹਾਂ ਦਾ ਫਲ ਹੈ, ਉਹਨਾਂ ਦਾ ਜਸ਼ ਕਰਨ ਵਾਲੇ ਤੁਹਾਡੀ ਕੌਮ ਦੇ ਵੀ ਬੈਤੀ ਹੋਣਗੇ। ਇਸੇ ਤਰ੍ਹਾਂ ਇਹ ਗੱਲ ਕਰਕੇ ਗੁਰੂ ਗੋਰਖਨਾਥ ਜੀ ਫਲ ਲੈ ਕੇ ਚੱਲ ਪਏ। ਚਲਦੇ ਚਲਦੇ ਹੁਣ ਬੜਾ ਧਿਆਨ ਰੱਖਦੇ ਨੇ ਕਿ ਬੜੀ ਮੁਸ਼ਕਲ ਦੇ ਨਾਲ ਇਹ ਫਲ ਦੁਬਾਰਾ ਪ੍ਰਾਪਤ ਹੋਇਆ, ਮੈਂ ਕੀ ਕਰਾਂਗਾ। ਇਸੇ ਤਰ੍ਹਾਂ ਚਲਦੇ ਚਲਦੇ ਜਗਤ ਗੁਰੂ ਗੋਰਖਨਾਥ ਜੀ ਉਸ ਜਗ੍ਹਾ 'ਤੇ ਪਹੁੰਚ ਗਏ ਜਿੱਥੇ ਮਾਤਾ ਬਾਸ਼ਲ ਉਡੀਕ ਕਰ ਰਹੀ ਹੈ। ਜਗਤ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਦੇ ਚੇਲੇ ਉਡੀਕ ਕਰ ਰਹੇ ਨੇ। ਗੜ੍ਹ ਦਦਰੇਵੇ ਤੋਂ ਬਾਹਰ ਰਾਜੇ ਅੰਬਰ ਦੇ ਬਾਗਾਂ ਦੇ ਵਿੱਚ ਜਿਸ ਵੇਲੇ ਲਾਗੇ ਗੁਰੂ ਗੋਰਖਨਾਥ ਜੀ ਪਹੁੰਚੇ ਨੇ ਤਾਂ ਚੇਲੇ ਇਸ਼ਾਰਾ ਕਰਦੇ ਨੇ ਕਿ ਗੁਰੂ ਜੀ ਇਸ ਬੀਬੀ ਲਈ ਕੁਝ ਲੈ ਕੇ ਆਏ ਹਾਂ। ਹਾਂ, ਜਗਤ ਗੁਰੂ ਗੋਰਖਨਾਥ ਜੀ ਨੇ ਕਿਹਾ ਕਿ ਹਾਂ ਪੁੱਤਰ, ਉਸ ਸੁਪਰੀਮ ਪਾਵਰ ਦੇ ਸ਼ਾਹੀ ਦਰਬਾਰ ਦੇ ਵਿੱਚੋਂ ਹੱਕ ਤਾਲਾ ਦੇ ਚਰਨਾਂ ਦੇ ਵਿੱਚੋਂ ਕੋਈ ਵੀ ਅੱਜ ਤੱਕ ਖਾਲੀ ਨਹੀਂ ਮੁੜਿਆ, ਨਾ ਖਾਲੀ ਮੁੜੇਗਾ। ਉਹ ਕਿਸੇ ਨੂੰ ਵੀ ਖਾਲੀ ਨਹੀਂ ਮੋੜਦਾ। ਉਸ ਹੱਕ ਤਾਲਾ ਨੇ ਇਸ ਬੀਬੀ ਦੇ ਲਈ ਵੀ ਮੈਨੂੰ ਫਲ ਦੇ ਕੇ ਤੋਰਿਆ, ਮੈਂ ਫਲ ਲੈ ਕੇ ਆਇਆ ਹਾਂ। ਸੋ ਜਗਤ ਗੁਰੂ ਗੋਰਖਨਾਥ ਜੀ ਨੇ ਕਿਹਾ ਕਿ ਇਹਦੇ ਵੀ ਇਹ ਫਲ ਹੈ, ਲੇਕਿਨ ਹੱਕ ਤਾਲਾ ਦੇ ਹੁਕਮ ਦੇ ਅਨੁਸਾਰ ਇੱਕ ਬਹੁਤ ਛਲੀਆ ਫਲ ਹੈ, ਇਹਦਾ ਧਿਆਨ ਰੱਖਣਾ ਹੋਏਗਾ। ਔਰ ਇੱਕ ਪੀਰ ਹੋਵੇਗਾ, ਇੱਕ ਵੀਰ ਹੋਵੇਗਾ, ਇੱਕ ਯੋਧਾ ਹੋਵੇਗਾ, ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ, ਔਰ ਜਿਹਨੂੰ ਚਾਰੋਂ ਹੀ ਕੂਮਟਾਂ ਮੰਨਣਗੀਆਂ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਚਾਰੋਂ ਹੀ ਕੂਮਟਾਂ ਝੁਕਣਗੀਆਂ। ਸੋ ਇਸੇ ਤਰ੍ਹਾਂ ਜਗਤ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਨੇ ਕੁਝ ਸਮੇਂ ਤੋਂ ਬਾਅਦ ਮਾਤਾ ਬਾਸ਼ਲ ਜੀ ਨੂੰ ਉਹ ਫਲ ਦੇ ਦਿੱਤਾ, ਖਿਲਾ ਦਿੱਤਾ। ਆਖਰ ਥੋੜ੍ਹਾ ਸਮਾਂ ਜਗਤ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਨੇ ਮਾਤਾ ਬਾਸ਼ਲ ਨੂੰ ਕੋਲ ਰੱਖਿਆ। ਕੋਲ ਰੱਖਣ ਤੋਂ ਬਾਅਦ ਜਗਤ ਗੁਰੂ ਗੋਰਖਨਾਥ ਜੀ ਮਾਤਾ ਬਾਸ਼ਲ ਦੇ ਨਾਲ ਗੱਲ ਕਰਦੇ ਨੇ ਕਿ ਐ ਦੇਵੀ, ਹੁਣ ਤੂੰ ਆਪਣੇ ਘਰ ਚਲੀ ਜਾ, ਕਿਉਂਕਿ ਸਮਾਂ ਇੱਦਾਂ ਦਾ ਹੈ ਕਿ ਆਪਣੇ ਘਰ ਚਲੇ ਜਾਓ। ਠੀਕ ਹੈ ਬਾਬਾ ਜੀ, ਮੈਂ ਕੱਲ੍ਹ ਸਵੇਰੇ ਟਾਈਮ ਦੇ ਨਾਲ ਆਪਣੇ ਘਰ ਚਲੀ ਜਾਵਾਂਗੀ। ਠੀਕ ਹੈ। ਇਸੇ ਤਰ੍ਹਾਂ ਸਵੇਰਾ ਹੋਇਆ। ਜਗਤ ਗੁਰੂ ਗੋਰਖਨਾਥ ਜੀ ਫੇਰ ਸਮਝਾਉਂਦੇ ਨੇ ਕਿ ਐ ਦੇਵੀ, ਇਸ ਫਲ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ, ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ। ਔਰ ਮਾਤਾ ਬਾਸ਼ਲ ਨੇ ਕਿਹਾ ਕਿ ਐ ਗੁਰੂਦੇਵ ਬਾਬਾ ਜੀ, ਮੈਂ ਤਾਂ ਆਪਣਾ ਵੀ ਖਿਆਲ ਰੱਖਣ ਦੇ ਕਾਬਲ ਨਹੀਂ ਕਿ ਮੈਂ ਇਹਦਾ ਖਿਆਲ ਕਿਵੇਂ ਰੱਖਾਂਗੀ। ਮੇਰਾ ਖਿਆਲ
ਅਤੇ ਇਹਦਾ ਖਿਆਲ ਦਾਤਾ ਜੀ ਤੁਸੀਂ ਹੀ ਰੱਖਣਾ ਹੈ। ਔਰ ਜਿਵੇਂ ਤੈਨੂੰ ਠੀਕ ਹੈ ਇਹਦਾ ਖਿਆਲ ਜ਼ਰੂਰ ਉਹ ਅਕਾਲ ਪੁਰਖ ਉਹ ਹੱਕ ਤਾਲਾ ਵੀ ਰੱਖੇਗਾ, ਅਸੀਂ ਵੀ ਰੱਖਾਂਗੇ, ਤੂੰ ਵੀ ਰੱਖੀ। ਲੇਕਿਨ ਜਿਵੇਂ ਤੈਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ, ਇੱਕ ਪੀਰਾਂ ਦਾ ਪੀਰ ਕਹਾਵੇਗਾ, ਇੱਕ ਯੋਧਾ ਹੋਵੇਗਾ, ਇੱਕ ਵੀਰ ਹੋਵੇਗਾ, ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਸੋ ਇਸੇ ਤਰ੍ਹਾਂ ਦੂਸਰਾ ਦਿਨ ਹੋਇਆ, ਸਵੇਰੇ ਸਾਜਰੇ ਦਾ ਸਮਾਂ ਹੋਇਆ। ਮਹਾਰਾਣੀ ਬਾਸ਼ਲ ਹੁਣ ਸਾਰਾ ਕੁਝ ਸਮਝ ਕੇ ਜਗਤ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਆਸ਼ੀਰਵਾਦ ਲੈ ਕੇ ਹੁਣ ਸੁਬਾ ਆਪਣੇ ਮਹਿਲਾਂ ਨੂੰ ਚੱਲ ਪਏ। ਜਿਸ ਵੇਲੇ ਮਹਾਰਾਣੀ ਬਾਸ਼ਲ ਮਹਿਲਾਂ ਵੱਲ ਨੂੰ ਜਾ ਰਹੀ ਆ ਤਾਂ ਉਧਰ ਕੁਦਰਤੀ ਮਹਿਲਾਂ ਦੇ ਵਿੱਚੋਂ ਮਹਿਲਾਂ ਦੀ ਇੱਕ ਜੋ ਕਿ ਇਹਨਾਂ ਦੀ ਮਹਾਰਾਣੀ ਬਾਸ਼ਲ ਦੀ ਨਣਦ ਸੀ, ਜਿਹਦਾ ਨਾਂ ਰਾਸ਼ਪੀਲ ਸੀ, ਜਿਹਨੂੰ ਸ਼ਬੀਲੀ ਵੀ ਕਹਿੰਦੇ ਨੇ। ਉਹ ਰਾਸ਼ਪੀਲ ਇਹਨਾਂ ਦੀ ਨਣਦ ਜੋ ਕਿ ਸਰਵਰ ਤਾਲਾਂ 'ਤੇ ਇਸ਼ਨਾਨ ਕਰਨ ਲਈ ਜਾ ਰਹੀ ਹੈ। ਕੁਦਰਤੀ ਰਸਤੇ ਦੇ ਵਿੱਚ ਨਣਦ ਅਤੇ ਭਰਜਾਈ ਦਾ ਮੇਲ ਹੋ ਜਾਂਦਾ। ਜਿਸ ਵੇਲੇ ਮੇਲ ਆਮਣਾ ਸਾਹਮਣਾ ਹੋਇਆ, ਮਹਾਰਾਣੀ ਬਾਸ਼ਲ ਨੇ ਦੇਖਿਆ ਕਿ ਮੇਰੀ ਨਣਦ ਹੈ। ਜਾ ਕੇ ਝੁੱਕ ਕੇ ਚਰਨੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਸ਼ਬੀਲੀ ਨੇ ਰਾਸ਼ਬੀਲ ਨੇ ਮਹਾਰਾਣੀ ਬਾਸ਼ਲ ਦੇ ਲੱਤ ਮਾਰ ਕੇ ਪਰੇ ਸੁੱਟ ਦਿੱਤਾ ਕਿ ਤੂੰ ਅੱਜ ਦਾ ਮੇਰਾ ਨਹਾਉਣਾ ਹੀ ਨਿਹਫਲ ਕਰ ਦਿੱਤਾ, ਤੂੰ ਚੰਗਾ ਨਹੀਂ ਕੀਤਾ। ਲੇਕਿਨ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਕਿੱਥੇ ਤੂੰ ਘੁੰਮਦੀ ਫਿਰਦੀ ਆਈ ਆ, ਲੇਕਿਨ ਕਿੱਥੇ ਘੁੰਮਦੀ ਫਿਰਦੀ ਤੂੰ ਆਈ ਆ, ਲੇਕਿਨ ਤੈਨੂੰ ਇਸ ਗੱਲ ਦਾ ਨਹੀਂ ਫਿਕਰ ਕਿ ਮੇਰਾ ਘਰ ਆ ਪਿੱਛੇ, ਮੇਰਾ ਪਰਿਵਾਰ ਹੈ। ਲੇਕਿਨ ਮਹਾਰਾਣੀ ਬਾਸ਼ਲ ਚੁੱਪ ਹੈ, ਸਭ ਕੁਝ ਆਪਣੀ ਨਣਦ ਦੀਆਂ ਸੁਣਦੀ ਜਾ ਰਹੀ ਹੈ। ਰਾਸ਼ਪੀਲ ਨੇ ਬੜਾ ਕੁਝ ਕਿਹਾ ਕਿ ਹੁਣ ਮੈਂ ਆਪਣੇ ਘਰ ਜਾ ਕੇ ਆਪਣੀ ਮਾਤਾ ਨੂੰ ਦੱਸਾਂਗੀ, ਗੱਲ ਕਰਾਂਗੀ ਅਤੇ ਆਪਣੇ ਵੀਰ ਦੇ ਨਾਲ ਗੱਲ ਕਰਾਂਗੀ ਕਿ ਤੇਰੀ ਰਾਣੀ ਪਤਾ ਨਹੀਂ ਕਿੱਥੋਂ ਕਦੋਂ ਦੀ ਜੋਗੀਆਂ ਦੇ ਨਾਲ ਘੁੰਮਦੀ ਫਿਰਦੀ ਮੰਗਦੀ ਫਿਰਦੀ ਆ ਗਈ ਆ, ਜਾ ਕੇ ਉਹਦੀ ਹਾਲਤ ਦੇਖ ਲੈ। ਲੇਕਿਨ ਤੁਸਾਂ ਨੇ ਸਾਰੀ ਜ਼ਿੰਦਗੀ ਤਲਵਾਰਾਂ ਦੇ ਨਾਲ ਪ੍ਰੀਤਾਂ ਰੱਖੀਆਂ, ਪਰ ਤੁਹਾਡੀ ਰਾਣੀ ਨੇ ਤੁਹਾਡੀ ਕੁਲ ਨੂੰ ਕਲੰਕਿਤ ਕਰ ਦਿੱਤਾ, ਤੁਹਾਡੀ ਪੱਗ ਨੂੰ ਦਾਗ ਲਾ ਦਿੱਤਾ, ਚੰਗਾ ਨਹੀਂ ਕੀਤਾ। ਲੇਕਿਨ ਇਸ ਰਾਜਪੂਤੀ ਸ਼ਾਨ ਨੂੰ ਧੱਬਾ ਲਾ ਦਿੱਤਾ। ਸਾਰਾ ਕੁਝ ਜਾ ਕੇ ਆਪਣੇ ਵੀਰ ਨੂੰ ਆਪਣੀ ਮਾਤਾ ਨੂੰ ਦੱਸਾਂਗੀ। ਸੋ ਇਸੇ ਤਰ੍ਹਾਂ ਰਾਸ਼ਪੀਲ ਨਹਾਉਣਾ ਛੱਡ ਕੇ ਆਪਣੇ ਮਹਿਲਾਂ ਵੱਲ ਨੂੰ ਚੱਲ ਪੈਂਦੀ ਹੈ। ਉਧਰ ਮਹਾਰਾਣੀ ਬਾਸ਼ਲ ਵੀ ਸਭ ਕੁਝ ਸੁਣ ਕੇ ਨਾ ਜਵਾਬ ਦਿੰਦੀ ਹੋਈ ਉਹ ਵੀ ਆਪਣੇ ਮਹਿਲਾਂ ਨੂੰ ਚਲੀ ਜਾਂਦੀ ਹੈ। ਸੋ ਸ਼ਾਮ ਨੂੰ ਰਾਜੇ ਨੇ ਮਹਿਲਾਂ ਦੇ ਵਿੱਚ ਆਉਣਾ, ਜੋ ਕਿ ਰਾਜਾ ਜੈਂਬਰ। ਲੇਕਿਨ ਰਾਜਾ ਜੈਂਬਰ ਜਿਸ ਵੇਲੇ ਮਹਿਲਾਂ 'ਚ ਆਉਂਦਾ ਔਰ ਆਪਣੀ ਮਾਤਾ ਤੇ ਆਪਣੀ ਭੈਣ ਦੀਆਂ ਗੱਲਾਂ ਸੁਣ ਕੇ ਮਹਾਰਾਣੀ ਬਾਸ਼ਲ ਦੇ ਨਾਲ ਕਿਹੋ ਜਿਹਾ ਸਲੂਕ ਕਰਦਾ, ਅਗਲੇ ਭਾਗ ਦੇ ਵਿੱਚ ਇਹ ਸਾਰੀ ਕਹਾਣੀ ਸੁਣਾਂਗੇ। ਸੋ ਪਿਆਰਿਓ, ਇਸ ਭਾਗ ਦੇ ਵਿੱਚ ਹੋਈਆਂ ਗਲਤੀਆਂ ਗੁਸਤਾਖੀਆਂ ਦੀ ਮਾफ़ੀ ਦੇਣੀ, ਕਿਉਂਕਿ ਬੋਲਦਿਆਂ ਚਲਦਿਆਂ ਤੇ ਬਹੁਤ ਸਾਰੇ ਲਫ਼ਜ਼ ਵੱਧ ਘੱਟ ਕਹਿ ਹੋ ਜਾਂਦੇ ਨੇ। ਸੋ ਸਤਿਕਾਰਯੋਗ ਸਰੋਤੇ ਬਖਸ਼ਣ ਯੋਗ ਹੋਇਆ ਕਰਦੇ ਨੇ। ਹੋਈਆਂ ਭੁੱਲਾਂ ਦੀ ਮਾफ़ੀ ਦੇਣੀ ਹੈ ਅਤੇ ਆਉਣ ਵਾਲੀ ਵੀਡੀਓ ਤੱਕ ਲਈ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।